ਬੁੱਧ ਜੀਵਨ ਅਤੇ ਸਿੱਖਿਆਵਾਂ ਗਰੁੱਪ ਦੇ ਸਾਰੇ ਸਤਿਕਾਰਯੋਗ ਸਾਥੀਆਂ ਨੂੰ ਪਿਆਰ ਅਤੇ ਸਤਿਕਾਰ ਦੇ ਨਾਲ ਨਮੋ ਬੁੱਧਾਏ, ਜੈ ਭੀਮ, ਜੈ ਪ੍ਰਬੁੱਧ ਭਾਰਤ ਜੀ। ਆਪ ਸਭ ਦਾ ਧੰਮ ਬੰਧੂ ਦੇਵ ਸੁਮਨ ਇੰਗਲੈਂਡ ਗਰੁੱਪ ਦੇ ਸਾਰੇ ਹੀ ਸੂਝਵਾਨ ਸਾਥੀਆਂ ਦੇ ਬਹੁਤ ਹੀ ਗਿਆਨ ਭਰਪੂਰ ਅਤੇ ਸੁੰਦਰ ਵਿਚਾਰ ਸੁਣੇ। ਮਨ ਬਹੁਤ ਹੀ ਆਨੰਦਿਤ ਹੋਇਆ। ਸਾਰੇ ਸਾਥੀ ਬਹੁਤ ਹੀ ਸੁੰਦਰ ਢੰਗ ਨਾਲ ਤਰਕਸ਼ੀਲ ਵਿਚਾਰ ਸਾਂਝੇ ਕਰ ਰਹੇ ਹਨ। ਸਾਰੇ ਹੀ ਸਤਿਕਾਰਯੋਗ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਜੀ। ਆਓ ਫਿਰ ਜੁੜਦੇ ਹਾਂ ਪਰਮ ਪੂਜੀਏ ਬੋਧੀ ਸਤਵ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੁਆਰਾ ਲਿਖੇ ਗਏ ਧੰਮ ਗ੍ਰੰਥ ਬੁੱਧ ਅਤੇ ਉਹਨਾਂ ਦਾ ਧੰਮ ਦੇ ਨਾਲ। ਪਿਛਲੀ ਪੋਸਟ ਵਿੱਚ ਨਿਵਾਨ ਜਾਂ ਨਿਰਵਾਣ ਕੀ ਹੈ ਬਾਰੇ ਤਥਾਗਤ ਬੁੱਧ ਜੀ ਨੇ ਜੋ ਧੰਮ ਉਪਦੇਸ਼ ਦਿੱਤੇ ਸਨ ਆਪ ਜੀ ਨਾਲ ਸਾਂਝੇ ਕੀਤੇ ਸਨ। ਹੁਣ ਆਪ ਜੀ ਨਾਲ ਤਥਾਗਤ ਭਗਵਾਨ ਬੁੱਧ ਜੀ ਨੇ ਸਮਾਜਿਕ ਅਤੇ ਰਾਜਨੀਤਿਕ ਸਵਾਲਾਂ ਉੱਤੇ ਜੋ ਧੰਮ ਉਪਦੇਸ਼ ਦਿੱਤੇ ਹਨ ਉਹਨਾਂ ਬਾਰੇ ਵਿਚਾਰ ਸਾਂਝੇ ਕਰਦੇ ਹਾਂ। ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਲਿਖਦੇ ਹਨ, ਤਥਾਗਤ ਭਗਵਾਨ ਬੁੱਧ ਸਮਝਾਉਂਦੇ ਹਨ ਕਿ ਰਾਜਿਆਂ ਦੀ ਕਿਰਪਾ 'ਤੇ ਭਰੋਸੇ ਨਾ ਰਹੋ। ਇੱਕ ਸਮੇਂ ਤਥਾਗਤ ਭਗਵਾਨ ਬੁੱਧ ਰਾਜਗ੍ਰਹਿ ਵਿਖੇ ਬੇਲੂਵਨ ਜਾਣੀ ਕਿ ਵਾਂਸਾਂ ਦੇ ਬਾਗ ਵਿੱਚ ਠਹਿਰੇ ਹੋਏ ਸਨ। ਉਸ ਸਮੇਂ ਮਗਧ ਨਰੇਸ਼ ਰਾਜਾ ਬਿੰਬੀਸਰ ਦਾ ਪੁੱਤਰ ਰਾਜਕੁਮਾਰ ਅਜਾਤ ਸ਼ਤਰੂ ਤਥਾਗਤ ਭਗਵਾਨ ਬੁੱਧ ਦੇ ਕਜ਼ਨ ਦੇਵਦੱਤ ਦੇ ਕਹਿਣੇ ਵਿੱਚ ਆ ਕੇ ਉਸ ਦਾ ਸਹਾਇਕ ਬਣਿਆ ਹੋਇਆ ਸੀ। ਦੇਵਦੱਤ ਤਥਾਗਤ ਭਗਵਾਨ ਬੁੱਧ ਦੇ ਪ੍ਰਤੀ ਈਰਖਾ ਦੇ ਵਸ ਪੈ ਕੇ ਉਹਨਾਂ ਦਾ ਵਿਰੋਧੀ ਬਣ ਗਿਆ ਸੀ। ਅਜਾਤ ਸ਼ਤਰੂ ਹਰ ਰੋਜ਼ ਸੈਂਕੜੇ ਗੱਡੀਆਂ ਭੋਜਨ ਅਤੇ ਬਰਤਨਾਂ ਨਾਲ ਭਰ ਕੇ ਦੇਵਦੱਤ ਅਤੇ ਉਸਦੇ ਭਿੱਖੂ ਸੰਘ ਨੂੰ ਪਹੁੰਚਾਉਂਦਾ ਸੀ। ਤਦ ਕੁਝ ਭਿੱਖੂ ਤਥਾਗਤ ਭਗਵਾਨ ਬੁੱਧ ਪਾਸ ਆਏ। ਬੰਦਨਾ ਕਰਕੇ ਇੱਕ ਪਾਸੇ ਬੈਠ ਕੇ ਤਥਾਗਤ ਭਗਵਾਨ ਬੁੱਧ ਨੂੰ ਰਾਜਕੁਮਾਰ ਅਜਾਤ ਸ਼ਤਰੂ ਬਾਰੇ ਦੱਸਿਆ। ਤਦ ਤਥਾਗਤ ਭਗਵਾਨ ਬੁੱਧ ਨੇ ਭਿੱਖੂਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ, ਹੇ ਭਿੱਖੂਓ, ਰਾਜਿਆਂ ਰਾਜਕੁਮਾਰਾਂ ਪਾਸੋਂ ਲਾਭ ਸਤਿਕਾਰ ਦੀ ਖੁਸ਼ਾਮਦੀ ਦੀ ਇੱਛਾ ਨਾ ਕਰੋ। ਉਹਨਾਂ ਦੀ ਕਿਰਪਾ ਦੇ ਭਰੋਸੇ ਨਾ ਰਹੋ। ਭਿੱਖੂਓ, ਜਦ ਤੱਕ ਰਾਜਕੁਮਾਰ ਅਜਾਤ ਸ਼ਤਰੂ ਸੈਂਕੜੇ ਗੱਡੀਆਂ ਭੋਜਨ ਅਤੇ ਬਰਤਨਾਂ ਨਾਲ ਹਰ ਰੋਜ਼ ਦੇਵਦੱਤ ਦੇ ਹਮੈਤੀਆਂ ਭਿੱਖੂਆਂ ਪਾਸ ਪਹੁੰਚਾਉਂਦਾ ਰਹੇਗਾ ਤਦ ਤੱਕ ਇਸ ਵਿੱਚ ਦੇਵਦੱਤ ਦਾ ਹੀ ਨੁਕਸਾਨ ਹੈ, ਕੋਈ ਲਾਭ ਨਹੀਂ। ਉਹ ਉਸ ਉੱਤੇ ਹੀ ਨਿਰਭਰ ਹੋ ਜਾਣਗੇ। ਦੇਵਦੱਤ ਅਤੇ ਉਸਦੇ ਹਮੈਤੀ ਭਿੱਖੂ ਆਪ ਭੋਜਨ ਪ੍ਰਾਪਤ ਕਰਨ ਵਾਸਤੇ ਭਿੱਖਿਆ ਵਾਸਤੇ ਨਹੀਂ ਜਾਣਗੇ। ਅਜਾਤ ਸ਼ਤਰੂ ਦੀ ਕਿਰਪਾ ਦੇ ਭਰੋਸੇ ਹੀ ਰਹਿਣਗੇ। ਭਿੱਖੂਓ, ਇਹ ਇਸ ਤਰ੍ਹਾਂ ਹੈ ਕਿ ਜੇ ਕੋਈ ਕਿਸੇ ਹਲਕੇ ਹੋਏ ਕੁੱਤੇ ਦੇ ਨੱਕ ਤੱਕ ਕਿਸੇ ਦੀ ਕਲੇਜੀ ਲੈ ਜਾਂਦਾ ਹੈ ਤਾਂ ਉਹ ਕਲੇਜੀ ਉਸ ਕੁੱਤੇ ਨੂੰ ਹੋਰ ਪਾਗਲ ਅਤੇ ਖੂੰਖਾਰ ਬਣਾ ਦੇਵੇਗੀ। ਇਸ ਤਰ੍ਹਾਂ ਭਿੱਖੂਓ, ਜਦੋਂ ਤੱਕ ਰਾਜਕੁਮਾਰ ਅਜਾਤ ਸ਼ਤਰੂ ਹਰ ਰੋਜ਼ ਭੋਜਨ ਅਤੇ ਬਰਤਨਾਂ ਨਾਲ ਸੈਂਕੜੇ ਗੱਡੀਆਂ ਭਰ ਕੇ ਦੇਵਦੱਤ ਅਤੇ ਉਸਦੇ ਹਮੈਤੀਆਂ ਤੱਕ ਪਹੁੰਚਾਉਂਦਾ ਰਹੇਗਾ, ਉਸ ਵਿੱਚ ਨੁਕਸਾਨ ਦੇਵਦੱਤ ਦਾ ਅਤੇ ਉਸਦੇ ਹਮੈਤੀਆਂ ਭਿੱਖੂਆਂ ਦਾ ਹੀ ਹੈ, ਕੋਈ ਲਾਭ ਨਹੀਂ। ਉਹ ਆਲਸੀ ਬਣ ਜਾਣਗੇ। ਭਿੱਖੂਓ, ਰਾਜਿਆਂ ਰਾਜਕੁਮਾਰਾਂ ਪਾਸੋਂ ਮਿਲਣ ਵਾਲੇ ਲਾਭ ਸਤਿਕਾਰ ਖੁਸ਼ਾਮਦੀ ਅਤੇ ਹੋਰ ਭੇਟਾਂ ਆਦਿ ਬਹੁਤ ਖੌਫਨਾਕ ਅਤੇ ਖਤਰਨਾਕ ਸਿੱਧ ਹੋ ਸਕਦੇ ਹਨ। ਉਹ ਸ਼ਾਂਤੀ ਪ੍ਰਾਪਤੀ ਮਾਰਗ ਦੀਆਂ ਬਹੁਤ ਹੀ ਦੁਖਦਾਈ ਰੁਕਾਵਟਾਂ ਹਨ। ਇਸ ਲਈ ਭਿੱਖੂਓ, ਸਾਨੂੰ ਅਭਿਆਸ ਕਰਨਾ ਚਾਹੀਦਾ ਹੈ ਕਿ ਸਾਨੂੰ ਰਾਜਿਆਂ ਰਾਜਕੁਮਾਰਾਂ ਵੱਲੋਂ ਕੋਈ ਵੀ ਲਾਭ ਖੁਸ਼ਾਮਦੀ ਅਤੇ ਹੋਰ ਮਿਲਣ ਵਾਲੀਆਂ ਭੇਟਾਂ ਨੂੰ ਕਬੂਲ ਨਹੀਂ ਕਰਨਾ ਚਾਹੀਦਾ। ਇਸ ਤਰ੍ਹਾਂ ਉਹ ਸਾਨੂੰ ਆਪਣੇ ਮੋਹ ਵਿੱਚ ਜਕੜ ਨਹੀਂ ਸਕਣਗੀਆਂ, ਸਾਨੂੰ ਰਾਜਿਆਂ ਰਾਜਕੁਮਾਰਾਂ ਦੇ ਗੁਲਾਮ ਨਹੀਂ ਬਣਾ ਸਕਣਗੀਆਂ। ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਅੱਗੇ ਲਿਖਦੇ ਹਨ ਕਿ ਤਥਾਗਤ ਭਗਵਾਨ ਬੁੱਧ ਸਾਨੂੰ ਸਮਝਾਉਂਦੇ ਹਨ, ਜੇ ਰਾਜਾ ਧੰਮਿਕ ਹੈ ਜਾਂ ਧਾਰਮਿਕ ਹੈ ਤਾਂ ਪ੍ਰਜਾ ਵੀ ਧੰਮਿਕ ਧਾਰਮਿਕ ਹੋਵੇਗੀ। ਤਥਾਗਤ ਭਗਵਾਨ ਬੁੱਧ ਨੇ ਭਿੱਖੂਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ, ਹੇ ਭਿੱਖੂਓ, ਜਿਸ ਸਮੇਂ ਰਾਜਾ ਅਧੰਮਿਕ ਜਾਂ ਅਧਾਰਮਿਕ ਹੋ ਜਾਂਦਾ ਹੈ ਉਸ ਦੇ ਮੰਤਰੀ ਅਧਾਰਮਿਕ ਹੋ ਜਾਂਦੇ ਹਨ, ਅਧੰਮਿਕ ਹੋ ਜਾਂਦੇ ਹਨ। ਜਦੋਂ ਮੰਤਰੀ ਅਧਾਰਮਿਕ ਹੋ ਜਾਂਦੇ ਹਨ, ਅਧੰਮਿਕ ਹੋ ਜਾਂਦੇ ਹਨ, ਉਹਨਾਂ ਦੇ ਸਾਰੇ ਅਫਸਰ ਅਧਾਰਮਿਕ ਹੋ ਜਾਂਦੇ ਹਨ, ਅਧੰਮਿਕ ਹੋ ਜਾਂਦੇ ਹਨ। ਜਦੋਂ ਮੰਤਰੀ ਅਤੇ ਅਫਸਰ ਅਧੰਮਿਕ ਅਧਾਰਮਿਕ ਹੋ ਜਾਂਦੇ ਹਨ ਤਾਂ ਪ੍ਰੋਹਤ ਬ੍ਰਾਹਮਣ ਅਤੇ ਗ੍ਰਹਿਪਤੀ ਜਾਣੀ ਕਿ ਘਰ ਦੇ ਮੁਖੀਏ ਅਧੰਮਿਕ ਅਧਾਰਮਿਕ ਹੋ ਜਾਂਦੇ ਹਨ। ਜਦੋਂ ਪ੍ਰੋਹਿਤ ਬ੍ਰਾਹਮਣ ਅਤੇ ਗ੍ਰਹਿਪਤੀ ਘਰ ਦਾ ਮੁਖੀਆ ਅਧੰਮਿਕ ਅਧਾਰਮਿਕ ਹੋ ਜਾਂਦੇ ਹਨ ਤਾਂ ਸਾਰੇ ਸ਼ਹਿਰਾਂ ਅਤੇ ਪਿੰਡਾਂ ਦੇ ਲੋਕ ਅਧੰਮਿਕ ਅਧਾਰਮਿਕ ਹੋ ਜਾਂਦੇ ਹਨ। ਇਸ ਤਰ੍ਹਾਂ ਸਾਰਾ ਰਾਜ ਸਾਰਾ ਦੇਸ਼ ਅਧੰਮਿਕ ਅਧਾਰਮਿਕ ਹੋ ਜਾਂਦਾ ਹੈ। ਦੇਸ਼ ਜਾਂ ਰਾਜ ਗਿਰਾਵਟ ਵੱਲ ਜਾਂਦਾ ਹੈ।
ਦੇਸ਼ ਦਾ ਨੁਕਸਾਨ ਹੁੰਦਾ ਹੈ। ਇਹ ਭਿਖੂਓ, ਇਸ ਤਰ੍ਹਾਂ ਜਿਸ ਸਮੇਂ ਰਾਜਾ ਧਾਰਮਿਕ ਬਣ ਜਾਂਦਾ ਹੈ, ਉਹ ਧੰਮ ਦੇ ਮਾਰਗ ਉੱਤੇ ਚੱਲਦਾ ਹੈ, ਤਾਂ ਉਸਦੇ ਮੰਤਰੀ ਵੀ ਧੰਮਿਕ ਬਣ ਜਾਂਦੇ ਹਨ, ਧੰਮ ਦੇ ਮਾਰਗ ਉੱਤੇ ਚੱਲਦੇ ਹਨ। ਜਦੋਂ ਮੰਤਰੀ ਧੰਮਿਕ ਬਣ ਜਾਂਦੇ ਹਨ ਤਾਂ ਉਹਨਾਂ ਦੇ ਅਫਸਰ ਵੀ ਧਾਰਮਿਕ ਬਣ ਜਾਂਦੇ ਹਨ ਅਤੇ ਧੰਮ ਦੇ ਮਾਰਗ ਉੱਤੇ ਚੱਲਦੇ ਹਨ। ਜਦੋਂ ਮੰਤਰੀ ਅਤੇ ਉਹਨਾਂ ਦੇ ਅਫਸਰ ਧੰਮਿਕ ਹੋ ਜਾਂਦੇ ਹਨ ਤਾਂ ਫਿਰ ਪੁਰੋਹਿਤ ਬ੍ਰਾਹਮਣ ਗ੍ਰਹਿਪਤੀ ਘਰ ਦੇ ਮੁਖੀਏ ਧੰਮਿਕ ਬਣ ਜਾਂਦੇ ਹਨ, ਧਾਰਮਿਕ ਬਣ ਜਾਂਦੇ ਹਨ ਅਤੇ ਧੰਮ ਦੇ ਸੱਚੇ ਮਾਰਗ ਉੱਤੇ ਚੱਲਦੇ ਹਨ। ਜਦੋਂ ਪੁਰੋਹਿਤ ਬ੍ਰਾਹਮਣ ਅਤੇ ਗ੍ਰਹਿਪਤੀ ਘਰ ਦਾ ਮੁਖੀਆ ਧੰਮਿਕ ਬਣ ਕੇ ਧੰਮ ਦੇ ਮਾਰਗ ਉੱਤੇ ਚੱਲਦੇ ਹਨ ਤਾਂ ਸਾਰੇ ਪਰਿਵਾਰਾਂ ਦੇ ਮੈਂਬਰ ਵੀ ਧਾਰਮਿਕ ਬਣ ਜਾਂਦੇ ਹਨ, ਧੰਮ ਮਾਰਗ ਉੱਤੇ ਚੱਲਦੇ ਹਨ। ਸ਼ਹਿਰਾਂ ਅਤੇ ਪਿੰਡਾਂ ਦੇ ਰਹਿਣ ਵਾਲੇ ਸਾਰੇ ਲੋਕ ਧੰਮਿਕ ਬਣ ਜਾਂਦੇ ਹਨ, ਧਾਰਮਿਕ ਬਣ ਜਾਂਦੇ ਹਨ। ਇਸ ਤਰ੍ਹਾਂ ਸਾਰਾ ਰਾਜ, ਸਾਰਾ ਦੇਸ਼ ਧੰਮਿਕ ਬਣ ਜਾਂਦਾ ਹੈ, ਧਾਰਮਿਕ ਬਣ ਜਾਂਦਾ ਹੈ। ਸਾਰੇ ਦੇਸ਼, ਸਾਰੇ ਰਾਜ ਦੀ ਪ੍ਰਜਾ ਧੰਮਿਕ ਬਣ ਜਾਂਦੀ ਹੈ, ਧੰਮ ਮਾਰਗ ਉੱਤੇ ਚੱਲਦੀ ਹੈ। ਸਾਰਾ ਦੇਸ਼, ਸਾਰਾ ਰਾਜ ਤਰੱਕੀ ਕਰਦਾ ਹੈ, ਸਾਰੀ ਪ੍ਰਜਾ ਸੁਖੀ ਜੀਵਨ ਬਤੀਤ ਕਰਦੀ ਹੈ। ਤਥਾਗਤ ਭਗਵਾਨ ਬੁੱਧ ਅੱਗੇ ਸਮਝਾਉਂਦੇ ਹਨ, ਜਦੋਂ ਗਊਆਂ ਨਦੀ ਪਾਰ ਕਰ ਰਹੀਆਂ ਹੁੰਦੀਆਂ ਹਨ ਤਾਂ ਉਹਨਾਂ ਦੇ ਅੱਗੇ ਚੱਲਣ ਵਾਲਾ ਬੁੱਢਾ ਬਲਦ ਅਗਰ ਗਲਤ ਪਾਸੇ ਵੱਲ ਚੱਲ ਪੈਂਦਾ ਹੈ ਤਾਂ ਸਾਰੀਆਂ ਗਊਆਂ ਵੀ ਉਸ ਦਾ ਪਿੱਛਾ ਕਰਦੀਆਂ ਹਨ, ਗਲਤ ਪਾਸੇ ਵੱਲ ਚੱਲ ਕੇ ਉਹ ਵੀ ਡੁੱਬ ਜਾਂਦੀਆਂ ਹਨ। ਇਸ ਤਰ੍ਹਾਂ ਇਹ ਭਿਖੂਓ, ਜਦੋਂ ਮਨੁੱਖਾਂ ਵਿੱਚ ਉਹਨਾਂ ਦਾ ਮੁਖੀਆ ਜੇ ਗਲਤ ਰਸਤੇ ਉੱਤੇ ਚੱਲਦਾ ਹੈ ਤਾਂ ਦੂਸਰੇ ਮਨੁੱਖ ਵੀ ਗਲਤ ਰਸਤੇ ਉੱਤੇ ਚੱਲਣ ਲੱਗਦੇ ਹਨ। ਮੁਖੀਆ ਆਪਣਾ ਵੀ ਨੁਕਸਾਨ ਕਰਵਾਉਂਦਾ ਹੈ ਅਤੇ ਦੂਸਰਿਆਂ ਦਾ ਵੀ ਨੁਕਸਾਨ ਕਰਵਾਉਂਦਾ ਹੈ। ਇਸ ਤਰ੍ਹਾਂ ਇਹ ਭਿਖੂਓ, ਜਦੋਂ ਰਾਜਾ ਕੁਰਾਹੇ ਗਲਤ ਰਸਤੇ ਉੱਤੇ ਚੱਲ ਕੇ ਕੁਰਾਹੀ ਬਣਦਾ ਹੈ ਅਤੇ ਸਾਰਾ ਰਾਜ, ਸਾਰਾ ਦੇਸ਼ ਦੁਖੀ ਹੁੰਦਾ ਹੈ, ਦੁੱਖ ਭੋਗਦਾ ਹੈ। ਜਦੋਂ ਗਊਆਂ ਨਦੀ ਪਾਰ ਕਰ ਰਹੀਆਂ ਹੁੰਦੀਆਂ ਹਨ ਤਾਂ ਜਦੋਂ ਉਹਨਾਂ ਦੇ ਅੱਗੇ ਚੱਲਣ ਵਾਲਾ ਬੁੱਢਾ ਬਲਦ ਸਿੱਧੇ ਪਾਸੇ ਵੱਲ ਜਾਂਦਾ ਹੈ ਤਾਂ ਗਊਆਂ ਵੀ ਉਸ ਦੇ ਪਿੱਛੇ ਸਿੱਧੇ ਪਾਸੇ ਵੱਲ ਚੱਲ ਪੈਂਦੀਆਂ ਹਨ ਤਾਂ ਨਦੀ ਪਾਰ ਕਰ ਲੈਂਦੀਆਂ ਹਨ। ਇਸੇ ਤਰ੍ਹਾਂ ਮਨੁੱਖਾਂ ਵਿੱਚ ਜਿਹੜਾ ਮੁਖੀਆ ਹੁੰਦਾ ਹੈ, ਜੇ ਉਹ ਚੰਗੇ ਰਾਹ ਉੱਤੇ ਚੱਲਣ ਵਾਲਾ, ਧੰਮ ਮਾਰਗ ਉੱਤੇ ਚੱਲਣ ਵਾਲਾ ਹੁੰਦਾ ਹੈ ਤਾਂ ਦੂਸਰੇ ਵੀ ਉਸ ਮੁਖੀਆ ਦੇ ਮਗਰ ਚੰਗੇ ਮਾਰਗ ਉੱਤੇ, ਧੰਮ ਮਾਰਗ ਉੱਤੇ ਚੱਲਣ ਵਾਲੇ ਹੁੰਦੇ ਹਨ। ਇਸ ਤਰ੍ਹਾਂ ਜਦੋਂ ਰਾਜਾ ਧੰਮਿਕ ਹੁੰਦਾ ਹੈ, ਧਾਰਮਿਕ ਹੁੰਦਾ ਹੈ, ਧੰਮ ਮਾਰਗ ਉੱਤੇ ਚੱਲਣ ਵਾਲਾ ਹੁੰਦਾ ਹੈ ਤਾਂ ਸਾਰਾ ਰਾਜ ਦੇਸ਼ ਸੁਖੀ ਹੁੰਦਾ ਹੈ, ਸਾਰੀ ਪ੍ਰਜਾ ਧੰਮ ਮਾਰਗ ਉੱਤੇ ਚੱਲ ਕੇ ਸੁਖੀ ਜੀਵਨ ਬਤੀਤ ਕਰਦੀ ਹੈ। ਸਾਥੀਓ, ਇਸ ਕਰਕੇ ਹੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਭਾਰਤ ਨੂੰ ਪ੍ਰਬੁੱਧ ਭਾਰਤ ਬਣਾਉਣਾ ਚਾਹੁੰਦੇ ਸਨ ਤਾਂ ਜੋ ਸਾਰੇ ਭਾਰਤ ਵਾਸੀ ਸਮਾਨਤਾ, ਆਜ਼ਾਦੀ ਅਤੇ ਭਾਈਚਾਰੇ ਦਾ ਨਿਆਂਪੂਰਵਕ ਜੀਵਨ ਬਿਤਾ ਸਕਣ। ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਅੱਗੇ ਲਿਖਦੇ ਹਨ ਕਿ ਰਾਜਨੀਤਿਕ ਅਤੇ ਸੈਨਿਕ ਤਾਕਤ ਸਮਾਜਿਕ ਵਿਵਸਥਾ ਉੱਤੇ ਨਿਰਭਰ ਕਰਦੀ ਹੈ। ਇਟ ਇਜ਼ ਦਾ ਸੋਸ਼ਲ ਸਿਸਟਮ ਔਨ ਵਿਚ ਪੋਲੀਟੀਕਲ ਐਂਡ ਮਿਲਟਰੀ ਪਾਵਰ ਡਿਪੈਂਡਸ। ਇੱਕ ਸਮੇਂ ਤਥਾਗਤ ਭਗਵਾਨ ਬੁੱਧ ਰਾਜਗ੍ਰਹਿ ਵਿਖੇ ਗਿਰਦਕੁਟ ਪਹਾੜ ਉੱਤੇ ਠਹਿਰੇ ਹੋਏ ਸਨ। ਉਸ ਸਮੇਂ ਮਗਧ ਨਰੇਸ਼ ਬਿੰਬੀਸਾਰ ਦਾ ਪੁੱਤਰ ਅਜਾਤ ਸ਼ਤਰੂ ਵਿਸ਼ਾਲੀ ਦੇ ਬੱਜੀਆਂ ਉੱਤੇ ਹਮਲਾ ਕਰਨਾ ਚਾਹੁੰਦਾ ਸੀ। ਉਸ ਦੇ ਮਨ ਵਿੱਚ ਆਇਆ ਕਿ ਭਾਵੇਂ ਬੱਜੀ ਜਿੰਨੇ ਵੀ ਮਰਜ਼ੀ ਤਾਕਤਵਰ ਹੋਣ, ਮੈਂ ਉਹਨਾਂ ਬੱਜੀਆਂ ਨੂੰ ਖਤਮ ਕਰ ਦਿਆਂਗਾ, ਬੱਜੀਆਂ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦੇਵਾਂਗਾ। ਤਦ ਅਜਾਤ ਸ਼ਤਰੂ ਨੇ ਆਪਣੇ ਪ੍ਰਧਾਨ ਮੰਤਰੀ ਵਰਸ਼ਕਾਰ ਬ੍ਰਾਹਮਣ ਨੂੰ ਬੁਲਾਇਆ ਅਤੇ ਕਿਹਾ, ਬ੍ਰਾਹਮਣ, ਤੁਸੀਂ ਤਥਾਗਤ ਬੁੱਧ ਪਾਸ ਜਾਓ ਅਤੇ ਮੇਰੀ ਤਰਫੋਂ ਉਹਨਾਂ ਦੇ ਚਰਨਾਂ ਵਿੱਚ ਸੀਸ ਨਵਾ ਕੇ ਬੰਦਨਾ ਕਰਕੇ ਮੇਰੀ ਤਰਫੋਂ ਉਹਨਾਂ ਦੀ ਰਾਜੀ ਖੁਸ਼ੀ ਪੁੱਛ ਕੇ ਉਹਨਾਂ ਨੂੰ ਮੇਰਾ ਸੁਨੇਹਾ ਦਿਓ ਕਿ ਮਗਧ ਨਰੇਸ਼ ਅਜਾਤ ਸ਼ਤਰੂ ਬੱਜੀਆਂ ਉੱਤੇ ਹਮਲਾ ਕਰਨਾ ਚਾਹੁੰਦਾ ਹੈ ਅਤੇ ਉਸ ਦਾ ਕਹਿਣਾ ਹੈ ਕਿ ਬੱਜੀ ਕਿੰਨੇ ਵੀ ਤਾਕਤਵਰ ਹੋਣ, ਮੈਂ ਉਹਨਾਂ ਨੂੰ ਹਿਲਾ ਕੇ ਰੱਖ ਦੇਵਾਂਗਾ, ਉਹਨਾਂ ਨੂੰ ਨਸ਼ਟ ਕਰ ਦੇਵਾਂਗਾ, ਉਹਨਾਂ ਦਾ ਪੂਰੀ ਤਰ੍ਹਾਂ ਨਾਲ ਖਾਤਮਾ ਕਰ ਦੇਵਾਂਗਾ। ਇਹ ਬ੍ਰਾਹਮਣ, ਮੇਰਾ ਸੁਨੇਹਾ ਸੁਣਨ ਤੋਂ ਬਾਅਦ ਜੋ ਵੀ ਤਥਾਗਤ ਭਗਵਾਨ ਬੁੱਧ ਉਪਦੇਸ਼ ਦਿੰਦੇ ਹਨ ਉਸ ਨੂੰ ਬਹੁਤ ਧਿਆਨ ਨਾਲ ਸੁਣਨਾ ਅਤੇ ਆ ਕੇ ਮੈਨੂੰ ਦੱਸਣਾ, ਕਿਉਂਕਿ ਤਥਾਗਤ ਭਗਵਾਨ ਬੁੱਧ ਦਾ ਕਹਿਣਾ ਕਦੇ ਵੀ ਗਲਤ ਨਹੀਂ ਹੁੰਦਾ। ਤਦ ਵਰਸ਼ਕਾਰ ਬ੍ਰਾਹਮਣ ਨੇ ਰਾਜਾ ਅਜਾਤ ਸ਼ਤਰੂ ਦਾ ਸੁਨੇਹਾ ਸੁਣਿਆ ਅਤੇ ਕਿਹਾ, ਰਾਜਾ, ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ ਉਹੀ ਹੋਵੇਗਾ। ਵਰਸ਼ਕਾਰ ਬ੍ਰਾਹਮਣ ਨੇ ਆਪਣੇ ਰੱਥ ਜੋੜੇ, ਰੱਥਾਂ ਉੱਤੇ ਸਵਾਰ ਹੋ ਕੇ ਤਥਾਗਤ ਭਗਵਾਨ ਬੁੱਧ ਪਾਸ ਗਿਰਦਕੁਟ ਪਹਾੜ ਉੱਤੇ ਪਹੁੰਚ ਕੇ ਤਥਾਗਤ ਬੁੱਧ ਨੂੰ ਸੀਸ ਨਵਾ ਕੇ ਦੋਵੇਂ ਹੱਥ ਜੋੜ ਕੇ ਬੰਦਨਾ ਕੀਤੀ ਅਤੇ ਰਾਜੀ ਖੁਸ਼ੀ ਪੁੱਛ ਕੇ ਰਾਜਾ ਅਜਾਤ ਸ਼ਤਰੂ ਦੇ ਹੁਕਮ ਅਨੁਸਾਰ ਰਾਜਾ ਦਾ ਬੱਜੀਆਂ ਉੱਤੇ ਹਮਲਾ ਕਰਕੇ ਬੱਜੀਆਂ ਨੂੰ ਹਮੇਸ਼ਾ ਵਾਸਤੇ ਖਤਮ ਕਰਨ ਦਾ ਸੁਨੇਹਾ ਤਥਾਗਤ ਭਗਵਾਨ ਬੁੱਧ ਨੂੰ ਸੁਣਾਇਆ।
ਉਸ ਸਮੇਂ ਤਥਾਗਤ ਭਗਵਾਨ ਬੁੱਧ ਪਾਸ ਭੰਤ ਆਨੰਦ ਜੀ ਖੜੇ ਹੋਏ ਸਨ। ਰਾਜਾ ਅਜਾਤਸ਼ਤਰੂ ਦਾ ਸੁਨੇਹਾ ਸੁਣ ਕੇ ਤਥਾਗਤ ਭਗਵਾਨ ਬੁੱਧ ਨੇ ਭੰਤ ਆਨੰਦ ਨੂੰ ਸੰਬੋਧਿਤ ਕਰਦੇ ਹੋਏ ਪੁੱਛਿਆ, ਹੇ ਆਨੰਦ, ਕੀ ਤੂੰ ਸੁਣਿਆ ਹੈ ਕਿ ਬੱਜੀ ਗਣ ਦੇ ਲੋਕ ਬੱਜੀ ਹਮੇਸ਼ਾ ਲਗਾਤਾਰ ਆਪਣੀਆਂ ਬਹੁਮਤ ਆਮ ਜਨ ਸਭਾਵਾਂ ਦੀਆਂ ਬੈਠਕਾਂ ਕਰਦੇ ਰਹਿੰਦੇ ਹਨ? ਭੰਤ ਆਨੰਦ ਦਾ ਜਵਾਬ ਸੀ, ਹਾਂ, ਮੈਂ ਅਜਿਹਾ ਹੀ ਸੁਣਿਆ ਹੈ ਤਥਾਗਤ ਕਿ ਬੱਜੀ ਲੋਕ ਹਮੇਸ਼ਾ ਲਗਾਤਾਰ ਆਪਣੀਆਂ ਬਹੁਮਤ ਨਾਲ ਜਨ ਸਭਾਵਾਂ ਦੀਆਂ ਬੈਠਕਾਂ ਕਰਦੇ ਰਹਿੰਦੇ ਹਨ। ਤਥਾਗਤ ਭਗਵਾਨ ਬੁੱਧ ਨੇ ਫਿਰ ਕਿਹਾ, ਹੇ ਆਨੰਦ, ਜਦੋਂ ਤੱਕ ਬੱਜੀ ਗਣ ਦੇ ਲੋਕ ਬੱਜੀ ਹਮੇਸ਼ਾ ਆਪਣੀਆਂ ਲਗਾਤਾਰ ਬਹੁਮਤ ਨਾਲ ਭਰਪੂਰ ਆਮ ਜਨ ਸਭਾਵਾਂ ਦੀਆਂ ਬੈਠਕਾਂ ਕਰਦੇ ਰਹਿਣਗੇ, ਤਦ ਤੱਕ ਬੱਜੀਆਂ ਦਾ ਵਾਧਾ ਹੀ ਹੁੰਦਾ ਰਹੇਗਾ। ਉਹਨਾਂ ਦਾ ਕੋਈ ਵੀ ਨਾਸ਼ ਨਹੀਂ ਕਰ ਸਕਦਾ। ਉਹ ਹਮੇਸ਼ਾ ਜਿੱਤਾਂ ਪ੍ਰਾਪਤ ਕਰਨਗੇ। ਹੇ ਆਨੰਦ, ਜਦੋਂ ਤੱਕ ਬੱਜੀ ਲੋਕ ਆਪਸ ਵਿੱਚ ਮਿਲ ਜੁਲ ਕੇ ਬੈਠਣਗੇ, ਸੰਗਠਿਤ ਹੋ ਕੇ ਰਹਿਣਗੇ, ਮਿਲ ਜੁਲ ਕੇ ਸੰਗਠਿਤ ਹੋ ਕੇ ਉੱਪਰ ਉੱਠਣਗੇ, ਮਿਲ ਜੁਲ ਕੇ ਸੰਗਠਿਤ ਹੋ ਕੇ ਆਪਣੇ ਸਹੀ ਫੈਸਲੇ ਲੈਂਦੇ ਰਹਿਣਗੇ ਅਤੇ ਆਪਣੇ ਸਹੀ ਫੈਸਲਿਆਂ ਨੂੰ ਸਹੀ ਕਾਰਜ ਰੂਪ ਵਿੱਚ ਬਦਲਦੇ ਰਹਿਣਗੇ, ਤਦ ਤੱਕ ਉਹਨਾਂ ਦਾ ਵਾਧਾ ਹੀ ਹੋਵੇਗਾ। ਤਦ ਤੱਕ ਉਹ ਤਰੱਕੀ ਹੀ ਤਰੱਕੀ ਕਰਨਗੇ। ਤਦ ਤੱਕ ਉਹ ਜਿੱਤਾਂ ਹੀ ਜਿੱਤਾਂ ਪ੍ਰਾਪਤ ਕਰਨਗੇ। ਉਹਨਾਂ ਨੂੰ ਕੋਈ ਵੀ ਨਸ਼ਟ ਨਹੀਂ ਕਰ ਸਕਦਾ। ਹੇ ਆਨੰਦ, ਜਦੋਂ ਤੱਕ ਬੱਜੀ ਲੋਕ ਬਿਨਾਂ ਨਿਯਮ ਜਾਂ ਨੇਮ ਬਣਾਉਣ ਤੋਂ ਕੋਈ ਵੀ ਕਾਰਵਾਈ ਨਹੀਂ ਕਰਨਗੇ, ਆਪਣੇ ਬਣਾਏ ਹੋਏ ਨਿਯਮਾਂ ਮੁਤਾਬਕ ਚੱਲਣਗੇ, ਬਣਾਏ ਹੋਏ ਨਿਯਮਾਂ ਦਾ ਪਾਲਣ ਕਰਨਗੇ, ਉਹਨਾਂ ਨਿਯਮਾਂ ਨੂੰ ਤੋੜਨਗੇ ਨਹੀਂ, ਆਪਣੇ ਪੂਰਵਜ ਬਜ਼ੁਰਗਾਂ ਮਹਾਂਪੁਰਸ਼ਾਂ ਦੇ ਦੱਸੇ ਹੋਏ ਰਸਤੇ ਉੱਤੇ ਚੱਲ ਕੇ ਉਹਨਾਂ ਮੁਤਾਬਕ ਕੰਮ ਕਰਨਗੇ, ਤਦ ਤੱਕ ਬੱਜੀਆਂ ਦੀ ਤਰੱਕੀ ਹੀ ਤਰੱਕੀ ਹੋਵੇਗੀ। ਉਹਨਾਂ ਨੂੰ ਕਾਮਯਾਬੀ ਹੀ ਕਾਮਯਾਬੀ ਮਿਲੇਗੀ। ਜਿੱਤਾਂ ਹੀ ਜਿੱਤਾਂ ਪ੍ਰਾਪਤ ਕਰਨਗੇ। ਉਹਨਾਂ ਨੂੰ ਕੋਈ ਵੀ ਹਰਾ ਨਹੀਂ ਸਕੇਗਾ। ਉਹਨਾਂ ਨੂੰ ਨਾਸ਼ ਨਹੀਂ ਕਰ ਸਕੇਗਾ। ਹੇ ਆਨੰਦ, ਜਦੋਂ ਤੱਕ ਬੱਜੀ ਲੋਕ ਆਪਣੇ ਵੱਡਿਆਂ ਬਜ਼ੁਰਗਾਂ ਦਾ ਆਦਰ ਸਤਿਕਾਰ ਕਰਦੇ ਰਹਿਣਗੇ, ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਦੇ ਰਹਿਣਗੇ, ਉਹਨਾਂ ਵੱਲੋਂ ਦਿੱਤੀਆਂ ਗਈਆਂ ਸਲਾਹਾਂ ਨੂੰ ਆਪਣੇ ਫਰਜ਼ ਮੰਨਦੇ ਰਹਿਣਗੇ, ਉਹਨਾਂ ਦੀਆਂ ਗੱਲਾਂ ਨੂੰ ਮਹੱਤਤਾ ਦਿੰਦੇ ਰਹਿਣਗੇ, ਤਦ ਤੱਕ ਬੱਜੀਆਂ ਦਾ ਵਾਧਾ ਹੀ ਵਾਧਾ ਹੋਵੇਗਾ। ਉਹ ਤਰੱਕੀ ਹੀ ਤਰੱਕੀ ਕਰਨਗੇ, ਜਿੱਤਾਂ ਹੀ ਜਿੱਤਾਂ ਪ੍ਰਾਪਤ ਕਰਨਗੇ। ਉਹਨਾਂ ਨੂੰ ਕੋਈ ਵੀ ਹਰਾ ਨਹੀਂ ਸਕੇਗਾ। ਉਹਨਾਂ ਨੂੰ ਕੋਈ ਵੀ ਨਸ਼ਟ ਨਹੀਂ ਕਰ ਸਕੇਗਾ। ਇਹ ਆਨੰਦ, ਜਦੋਂ ਤੱਕ ਬੱਜੀ ਲੋਕ ਆਪਣੀਆਂ ਧੀਆਂ ਭੈਣਾਂ ਅਤੇ ਦੂਸਰਿਆਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਕਰਦੇ ਰਹਿਣਗੇ, ਜਦੋਂ ਤੱਕ ਬੱਜੀ ਲੋਕ ਧੰਮ ਮਾਰਗ ਉੱਤੇ ਚੱਲਦੇ ਰਹਿਣਗੇ, ਜਦੋਂ ਤੱਕ ਆਪਣੀਆਂ ਧੀਆਂ ਭੈਣਾਂ ਅਤੇ ਦੂਸਰੀਆਂ ਧੀਆਂ ਭੈਣਾਂ ਅਤੇ ਔਰਤਾਂ ਨਾਲ ਜ਼ਬਰਦਸਤੀ ਨਹੀਂ ਕਰਨਗੇ, ਜ਼ਬਰ ਜਨਾਹ ਨਹੀਂ ਕਰਨਗੇ, ਅਪਹਰਣ ਨਹੀਂ ਕਰਨਗੇ, ਇਹ ਆਨੰਦ, ਤਦ ਤੱਕ ਬੱਜੀਆਂ ਦਾ ਵਾਧਾ ਹੀ ਵਾਧਾ ਹੁੰਦਾ ਰਹੇਗਾ। ਉਹਨਾਂ ਨੂੰ ਕੋਈ ਵੀ ਖਤਮ ਨਹੀਂ ਕਰ ਸਕਦਾ। ਉਹਨਾਂ ਨੂੰ ਕੋਈ ਵੀ ਹਰਾ ਨਹੀਂ ਸਕਦਾ। ਉਹ ਹਮੇਸ਼ਾ ਜਿੱਤਾਂ ਹੀ ਜਿੱਤਾਂ ਪ੍ਰਾਪਤ ਕਰਨਗੇ। ਬੱਜੀਆਂ ਦਾ ਕੋਈ ਨਾਸ਼ ਨਹੀਂ ਕਰ ਸਕੇਗਾ। ਥੋੜ੍ਹੇ ਲਫ਼ਜ਼ਾਂ ਵਿੱਚ ਤਥਾਗਤ ਬੁੱਧ ਨੇ ਸਮਝਾਇਆ ਕਿ ਹੇ ਆਨੰਦ, ਜਦੋਂ ਤੱਕ ਬੱਜੀਆਂ ਦੇ ਲੋਕ ਪ੍ਰਜਾਤੰਤਰ ਵਿੱਚ ਯਕੀਨ ਰੱਖਣਗੇ, ਪ੍ਰਜਾਤੰਤਰ ਤਰੀਕੇ ਨਾਲ ਰਹਿੰਦੇ ਹਨ, ਰਾਜ ਕਰਦੇ ਹਨ, ਉਦੋਂ ਤੱਕ ਬੱਜੀਆਂ ਦੇ ਗਣਰਾਜ ਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਖਤਰਾ ਨਹੀਂ ਹੈ। ਇਸ ਤੋਂ ਬਾਅਦ ਤਥਾਗਤ ਭਗਵਾਨ ਬੁੱਧ ਨੇ ਮਗਧ ਨਰੇਸ਼ ਅਜਾਤਸ਼ਤਰੂ ਦੇ ਪ੍ਰਧਾਨ ਮੰਤਰੀ ਵਰਸ਼ਕਰ ਬ੍ਰਾਹਮਣ ਨੂੰ ਸੰਬੋਧਿਤ ਕੀਤਾ ਅਤੇ ਕਿਹਾ, ਹੇ ਬ੍ਰਾਹਮਣ, ਜਦੋਂ ਮੈਂ ਵਿਸ਼ਾਲੀ ਵਿੱਚ ਠਹਿਰਿਆ ਹੋਇਆ ਸੀ ਤਾਂ ਤਦ ਮੈਂ ਇਹ ਗੱਲਾਂ ਬੱਜੀਆਂ ਨੂੰ ਸਮਝਾਈਆਂ ਸਨ। ਉਹਨਾਂ ਨੂੰ ਇਹ ਧੰਮ ਉਪਦੇਸ਼ ਦਿੱਤੇ ਸਨ। ਉਹਨਾਂ ਨੇ ਇਹਨਾਂ ਧੰਮ ਉਪਦੇਸ਼ਾਂ ਉੱਤੇ ਚੱਲਣ ਦਾ ਸੰਕਲਪ ਲਿਆ ਸੀ। ਬ੍ਰਾਹਮਣ ਵਰਸ਼ਕਾਰ ਨੇ ਜਦੋਂ ਤਥਾਗਤ ਭਗਵਾਨ ਬੁੱਧ ਦੇ ਧੰਮ ਉਪਦੇਸ਼ ਸੁਣੇ ਅਤੇ ਬੱਜੀਆਂ ਨੂੰ ਦਿੱਤੀਆਂ ਗਈਆਂ ਸਿੱਖਿਆਵਾਂ ਬਾਰੇ ਸੁਣਿਆ ਤਾਂ ਬੋਲ ਉੱਠਿਆ, ਹੇ ਤਥਾਗਤ, ਆਪ ਜੀ ਦੁਆਰਾ ਬੱਜੀਆਂ ਨੂੰ ਦਿੱਤੇ ਗਏ ਧੰਮ ਉਪਦੇਸ਼ ਅਤੇ ਸਿੱਖਿਆਵਾਂ ਨੂੰ ਸੁਣ ਕੇ ਤਾਂ ਇਹੀ ਜਾਪਦਾ ਹੈ ਕਿ ਬੱਜੀਆਂ ਦੀ ਹਮੇਸ਼ਾ ਤਰੱਕੀ ਦੀ ਹੀ ਉਮੀਦ ਕੀਤੀ ਜਾ ਸਕਦੀ ਹੈ, ਗਿਰਾਵਟ ਦੀ ਨਹੀਂ। ਇਹ ਤਥਾਗਤ, ਮਗਧ ਨਰੇਸ਼ ਅਜਾਤਸ਼ਤਰੂ ਬੱਜੀਆਂ ਨੂੰ ਨਹੀਂ ਜਿੱਤ ਸਕਦਾ, ਉਹਨਾਂ ਨੂੰ ਖਤਮ ਨਹੀਂ ਕਰ ਸਕਦਾ। ਇਸ ਤਰ੍ਹਾਂ ਵਰਸ਼ਕਾਰ ਬ੍ਰਾਹਮਣ ਨੇ ਤਥਾਗਤ ਭਗਵਾਨ ਬੁੱਧ ਦੇ ਉਪਦੇਸ਼ ਸੁਣੇ ਅਤੇ ਆਪਣੇ ਆਸਣ ਤੋਂ ਉੱਠ ਕੇ ਸਿਰ ਝੁਕਾ ਕੇ ਦੋਵੇਂ ਹੱਥ ਜੋੜ ਕੇ ਬੰਦਨਾ ਕਰਕੇ ਵਾਪਸ ਰਾਜਗ੍ਰਹਿ ਮੁੜ ਆਇਆ ਅਤੇ ਮਗਧ ਨਰੇਸ਼ ਅਜਾਤਸ਼ਤਰੂ ਨੂੰ ਤਥਾਗਤ ਬੁੱਧ ਜੀ ਦੇ ਧੰਮ ਉਪਦੇਸ਼ ਸੁਣਾਏ। ਅਜਾਤਸ਼ਤਰੂ ਨੇ ਬੱਜੀਆਂ ਉੱਤੇ ਹਮਲਾ ਕਰਨ ਦੇ ਫੈਸਲੇ ਨੂੰ ਰੱਦ ਕਰ ਦਿੱਤਾ। ਸਾਥੀਓ, ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਅਗਰ ਰਾਜਨੀਤਿਕ ਸ਼ਕਤੀ ਹਾਸਲ ਕਰਨੀ ਹੈ, ਆਪਣਾ ਰਾਜ ਸਥਾਪਿਤ ਕਰਨਾ ਹੈ, ਤਾਂ ਸਾਨੂੰ ਪਹਿਲਾਂ ਇੱਕ ਸੱਭਿਅਕ ਅਤੇ ਧਾਰਮਿਕ ਸਮਾਜ ਦੀ ਸਥਾਪਨਾ ਕਰਨੀ ਪਵੇਗੀ। ਇੱਕ ਸੱਭਿਅਕ ਸਮਾਜ, ਧਾਰਮਿਕ ਸਮਾਜ ਬਣਾਉਣਾ ਪਵੇਗਾ।
ਸਮਾਜਿਕ ਅਤੇ ਧਾਰਮਿਕ ਪਰਿਵਰਤਨ ਤੋਂ ਬਗੈਰ ਰਾਜਨੀਤਿਕ ਸ਼ਕਤੀ ਨਹੀਂ ਪ੍ਰਾਪਤ ਕੀਤੀ ਜਾ ਸਕਦੀ। ਅਗਰ ਸਮਾਜਿਕ ਅਤੇ ਧਾਰਮਿਕ ਪਰਿਵਰਤਨ ਤੋਂ ਬਗੈਰ ਸੱਤਾ ਮਿਲ ਵੀ ਗਈ ਤਾਂ ਜ਼ਿਆਦਾ ਦੇਰ ਤੱਕ ਨਹੀਂ ਰਹੇਗੀ। ਇਸ ਤਰ੍ਹਾਂ ਸਭ ਤੋਂ ਪਹਿਲਾਂ ਸਾਨੂੰ ਇੱਕ ਸੱਭਿਅਕ ਅਤੇ ਧਾਰਮਿਕ ਸਮਾਜਿਕ ਅਵਸਥਾ ਕਾਇਮ ਕਰਨ ਦੀ ਜ਼ਰੂਰਤ ਹੈ। ਤਥਾਗਤ ਭਗਵਾਨ ਬੁੱਧ ਜੀ ਅੱਗੇ ਸਮਝਾਉਂਦੇ ਹਨ ਕਿ ਯੁੱਧ ਬੁਰਾ ਹੈ। ਇੱਕ ਸਮੇਂ ਮਗਧ ਨਰੇਸ਼ ਅਜਾਤਸ਼ਤਰੂ ਨੇ ਆਪਣੀ ਘੋੜਸਵਾਰ ਅਤੇ ਪੈਦਲ ਸੈਨਾ ਇਕੱਠੀ ਕਰਕੇ ਕੌਸ਼ਲ ਨਰੇਸ਼ ਪ੍ਰਸੰਜਿਤ ਦੇ ਰਾਜ ਦੇ ਇੱਕ ਹਿੱਸੇ ਕਾਸ਼ੀ ਜਨਪਦ ਉੱਤੇ ਹਮਲਾ ਕਰ ਦਿੱਤਾ। ਦੋਹਾਂ ਅਜਾਤਸ਼ਤਰੂ ਅਤੇ ਪ੍ਰਸੰਜਿਤ ਦੀਆਂ ਫੌਜਾਂ ਵਿੱਚ ਘਮਸਾਨ ਯੁੱਧ ਹੋਇਆ। ਅਜਾਤਸ਼ਤਰੂ ਨੇ ਕੌਸ਼ਲ ਨਰੇਸ਼ ਪ੍ਰਸੰਜਿਤ ਨੂੰ ਹਰਾ ਦਿੱਤਾ। ਰਾਜਾ ਪ੍ਰਸੰਜਿਤ ਵਾਪਸ ਸ਼ਰਾਵਸਤੀ ਚਲੇ ਗਿਆ। ਜਿਹੜੇ ਭਿੱਖੂ ਸ਼ਰਾਵਸਤੀ ਸ਼ਹਿਰ ਤੋਂ ਭਿੱਖਿਆ ਲੈ ਕੇ ਮੁੜ ਜੇਤਵਨ ਬੁੱਧ ਵਿਹਾਰ ਵਿੱਚ ਤਥਾਗਤ ਭਗਵਾਨ ਬੁੱਧ ਪਾਸ ਪਹੁੰਚੇ, ਉਹਨਾਂ ਨੇ ਰਾਜਾ ਪ੍ਰਸੰਜਿਤ ਦੇ ਹਾਰ ਕੇ ਵਾਪਸ ਸ਼ਰਾਵਸਤੀ ਵਿੱਚ ਆਉਣ ਦੇ ਬਾਰੇ ਤਥਾਗਤ ਬੁੱਧ ਨੂੰ ਦੱਸਿਆ। ਤਾਂ ਤਥਾਗਤ ਭਗਵਾਨ ਬੁੱਧ ਨੇ ਭਿੱਖੂਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ, ਭਿੱਖੂਓ, ਮਗਧ ਨਰੇਸ਼ ਅਜਾਤਸ਼ਤਰੂ ਬੁਰਾਈ ਦਾ ਪੱਖ ਲੈਣ ਵਾਲਾ ਹੈ, ਪਰ ਕੌਸ਼ਲ ਨਰੇਸ਼ ਪ੍ਰਸੰਜਿਤ ਚੰਗਿਆਈ ਦਾ ਪੱਖ ਲੈਣ ਵਾਲਾ ਹੈ। ਹੁਣ ਰਾਜਾ ਪ੍ਰਸੰਜਿਤ ਹਾਰ ਹੋਣ ਕਰਕੇ ਦੁਖੀ ਰਹੇਗਾ। ਹੇ ਭਿੱਖੂਓ, ਜਿੱਤ ਨਾਲ ਬੈਰ ਪੈਦਾ ਹੁੰਦਾ ਹੈ, ਹਾਰਿਆ ਹੋਇਆ ਦੁਖੀ ਰਹਿੰਦਾ ਹੈ। ਜਿਹੜਾ ਮਨੁੱਖ ਸ਼ਾਂਤ ਹੈ, ਜਿਸ ਨੂੰ ਜਿੱਤ ਜਾਂ ਹਾਰ ਦੀ ਚਿੰਤਾ ਨਹੀਂ, ਉਹ ਸੁੱਖ ਚੈਨ ਨਾਲ ਸੌਂਦਾ ਹੈ। ਇੱਕ ਸਮੇਂ ਇਸੇ ਤਰ੍ਹਾਂ ਫਿਰ ਮਗਧ ਰਾਜਾ ਅਜਾਤਸ਼ਤਰੂ ਅਤੇ ਕੌਸ਼ਲ ਨਰੇਸ਼ ਰਾਜਾ ਪ੍ਰਸੰਜਿਤ ਦੂਸਰੀ ਵਾਰ ਫਿਰ ਯੁੱਧ ਦੇ ਮੈਦਾਨ ਵਿੱਚ ਟਕਰਾਏ। ਪਰ ਇਸ ਵਾਰ ਕੌਸ਼ਲ ਨਰੇਸ਼ ਪ੍ਰਸੰਜਿਤ ਨੇ ਮਗਧ ਰਾਜਾ ਅਜਾਤਸ਼ਤਰੂ ਨੂੰ ਹਰਾ ਦਿੱਤਾ ਅਤੇ ਅਜਾਤਸ਼ਤਰੂ ਨੂੰ ਗ੍ਰਿਫਤਾਰ ਕਰ ਲਿਆ। ਕੌਸ਼ਲ ਰਾਜਾ ਪ੍ਰਸੰਜਿਤ ਹਮੇਸ਼ਾ ਚੰਗਿਆਈ ਦਾ ਪੱਖੀ ਸੀ। ਉਸਨੇ ਸੋਚਿਆ, ਬੇਸ਼ੱਕ ਅਜਾਤਸ਼ਤਰੂ ਨੇ, ਜਿਸ ਨੂੰ ਮੈਂ ਕਦੇ ਵੀ ਨੁਕਸਾਨ ਨਹੀਂ ਪਹੁੰਚਾਇਆ, ਮੇਰੇ ਉੱਤੇ ਹਮਲਾ ਕੀਤਾ ਹੈ, ਮੈਨੂੰ ਨੁਕਸਾਨ ਪਹੁੰਚਾਇਆ ਹੈ, ਕਿੰਨਾ ਚੰਗਾ ਹੋਵੇ ਮੈਂ ਇਸ ਨੂੰ ਛੱਡ ਦੇਵਾਂ, ਇਸ ਨੂੰ ਰਿਹਾ ਕਰ ਦੇਵਾਂ। ਰਾਜਾ ਪ੍ਰਸੰਜਿਤ ਨੇ ਅਜਾਤਸ਼ਤਰੂ ਦੀ ਸਾਰੀ ਸੈਨਾ, ਹਾਥੀ, ਘੋੜੇ, ਰੱਥ ਅਤੇ ਪੈਦਲ ਸੈਨਾ ਆਪਣੇ ਪਾਸ ਰੱਖ ਕੇ ਅਜਾਤਸ਼ਤਰੂ ਨੂੰ ਰਿਹਾ ਕਰ ਦਿੱਤਾ, ਛੱਡ ਦਿੱਤਾ। ਪਹਿਲੇ ਦੀ ਤਰ੍ਹਾਂ ਸ਼ਰਾਵਸਤੀ ਸ਼ਹਿਰ ਤੋਂ ਭਿੱਖਿਆ ਲੈ ਕੇ ਵਾਪਸ ਮੁੜ ਕੇ ਭਿੱਖੂ ਜਦੋਂ ਜੇਤਵਨ ਬੁੱਧ ਵਿਹਾਰ ਵਿੱਚ ਪਹੁੰਚੇ ਤਾਂ ਉਹਨਾਂ ਨੇ ਤਥਾਗਤ ਭਗਵਾਨ ਬੁੱਧ ਨੂੰ ਅਜਾਤਸ਼ਤਰੂ ਅਤੇ ਪ੍ਰਸੰਜਿਤ ਰਾਜੇ ਦੇ ਯੁੱਧ ਬਾਰੇ ਦੱਸਿਆ ਕਿ ਕਿਸ ਤਰ੍ਹਾਂ ਕੌਸ਼ਲ ਨਰੇਸ਼ ਪ੍ਰਸੰਜਿਤ ਨੇ ਯੁੱਧ ਜਿੱਤ ਕੇ ਵੀ ਅਜਾਤਸ਼ਤਰੂ ਨੂੰ ਬਾਏ ਇੱਜ਼ਤ, ਸਤਿਕਾਰ ਅਤੇ ਪਿਆਰ ਦੇ ਨਾਲ ਰਿਹਾ ਕਰ ਦਿੱਤਾ। ਤਦ ਤਥਾਗਤ ਭਗਵਾਨ ਬੁੱਧ ਨੇ ਭਿੱਖੂਆਂ ਨੂੰ ਸੰਬੋਧਿਤ ਕੀਤਾ ਅਤੇ ਕਿਹਾ, ਹੇ ਭਿੱਖੂਓ, ਇੱਕ ਆਦਮੀ ਆਪਣੀ ਇੱਛਾ ਮੁਤਾਬਕ ਦੂਸਰੇ ਦੀ ਹਾਨੀ ਕਰ ਸਕਦਾ ਹੈ, ਪਰ ਜਿਸ ਦੀ ਹਾਨੀ ਹੁੰਦੀ ਹੈ ਉਹ ਵੀ ਫਿਰ ਆਪਣੀ ਇੱਛਾ ਮੁਤਾਬਕ ਦੂਸਰੇ ਨੂੰ ਹਾਨੀ ਪਹੁੰਚਾਉਂਦਾ ਹੀ ਹੈ। ਜਦੋਂ ਤੱਕ ਪਾਪ ਕਰਮ ਫਲ ਦੇਣਾ ਸ਼ੁਰੂ ਨਹੀਂ ਕਰਦਾ, ਉਦੋਂ ਤੱਕ ਮੂਰਖ ਆਦਮੀ ਆਨੰਦ, ਖੁਸ਼ੀ ਮਨਾ ਸਕਦਾ ਹੈ, ਪਰ ਜਦੋਂ ਪਾਪ ਕਰਮ ਫਲ ਦੇਣਾ ਸ਼ੁਰੂ ਕਰਦਾ ਹੈ ਤਾਂ ਮੂਰਖ ਆਦਮੀ ਅਤੀ ਦੁਖੀ ਹੁੰਦਾ ਹੈ। ਹੇ ਭਿੱਖੂਓ, ਹਥਿਆਰੇ ਨੂੰ ਹਥਿਆਰਾ ਮਿਲ ਜਾਂਦਾ ਹੈ। ਜਿਹੜੇ ਦੂਜਿਆਂ ਨੂੰ ਯੁੱਧ ਵਿੱਚ ਹਰਾਉਂਦੇ ਹਨ, ਉਹਨਾਂ ਨੂੰ ਵੀ ਹਰਾਉਣ ਵਾਲਾ ਮਿਲ ਹੀ ਜਾਂਦਾ ਹੈ। ਜਿਹੜੇ ਦੂਸਰਿਆਂ ਨੂੰ ਗਾਲੀ ਗਲੋਚ ਕਰਦੇ ਹਨ, ਉਹਨਾਂ ਨੂੰ ਵੀ ਗਾਲੀ ਦੇਣ ਵਾਲਾ ਮਿਲ ਹੀ ਜਾਂਦਾ ਹੈ। ਇਸ ਤਰ੍ਹਾਂ ਕਰਮ ਵਿਕਾਸ ਦੇ ਨਤੀਜੇ ਵਜੋਂ ਜਿਹੜਾ ਆਦਮੀ ਦੂਸਰੇ ਆਦਮੀ ਨੂੰ ਦੁੱਖ ਦਿੰਦਾ ਹੈ, ਉਹ ਵੀ ਦੁੱਖ ਭੋਗਦਾ ਹੈ। ਤਥਾਗਤ ਭਗਵਾਨ ਬੁੱਧ ਅੱਗੇ ਸਮਝਾਉਂਦੇ ਹਨ, ਯੁੱਧ ਜਿੱਤਣ ਵਾਲੇ ਦੇ ਫਰਜ਼ਾਂ ਬਾਰੇ ਉਪਦੇਸ਼ ਦਿੰਦੇ ਹਨ ਕਿ ਜਦੋਂ ਯੋਧਾ ਯੁੱਧ ਜਿੱਤ ਲੈਂਦਾ ਹੈ ਤਾਂ ਆਮ ਤੌਰ 'ਤੇ ਉਹ ਹਾਰੇ ਹੋਏ ਨੂੰ ਬੇਸ਼ੱਕ ਗੁਲਾਮ ਨਾ ਵੀ ਬਣਾਵੇ, ਪਰ ਉਹ ਉਸ ਨੂੰ ਵੱਧ ਤੋਂ ਵੱਧ ਬੇਇੱਜ਼ਤ ਅਤੇ ਜਲੀਲ ਕਰਨਾ ਆਪਣਾ ਫਰਜ਼ ਸਮਝਦਾ ਹੈ। ਪਰ ਤਥਾਗਤ ਭਗਵਾਨ ਬੁੱਧ ਦੇ ਇਸ ਬਾਰੇ ਵਿਚਾਰ ਬਿਲਕੁਲ ਅਲੱਗ ਸਨ। ਤਥਾਗਤ ਭਗਵਾਨ ਬੁੱਧ ਸਮਝਾਉਂਦੇ ਸਨ ਕਿ ਅਗਰ ਸ਼ਾਂਤੀ ਨੂੰ ਕਾਇਮ ਰੱਖਣਾ ਹੈ, ਸ਼ਾਂਤੀ ਦਾ ਮਤਲਬ ਹੋਣਾ ਚਾਹੀਦਾ ਹੈ ਕਿ ਜੇਤੂ ਯੋਧਾ ਆਪਣੀ ਜਿੱਤ ਨਾਲ ਜਿੱਤੇ ਹੋਏ ਯੋਧੇ ਦੀ ਸੇਵਾ ਕਰੇ। ਇਸ ਬਾਰੇ ਭਿੱਖੂਆਂ ਨੂੰ ਉਪਦੇਸ਼ ਦਿੰਦੇ ਹਨ, ਇਹ ਭਿੱਖੂਓ, ਸ਼ਾਂਤੀ ਕਾਇਮ ਹੋ ਜਾਣ 'ਤੇ ਯੁੱਧ ਜੇਤੂ ਇੱਕ ਚੰਗੇ ਯੋਧੇ ਵਾਸਤੇ ਜ਼ਰੂਰੀ ਹੈ ਕਿ ਉਹ ਯੋਗ ਸਾਬਿਤ ਹੋਵੇ, ਮਿੱਠਾ ਬੋਲਣ ਵਾਲਾ ਹੋਵੇ, ਉਹ ਚੰਗੇ ਸੁਭਾਅ ਦਾ ਬਣੇ, ਘਮੰਡੀ ਨਾ ਹੋਵੇ, ਸੰਤੁਸ਼ਟ ਅਤੇ ਸੰਤੋਖੀ ਹੋਵੇ, ਇੰਦਰੀਆਂ ਉੱਤੇ ਕਾਬੂ ਪਾਉਣ ਵਾਲਾ ਹੋਵੇ, ਸੂਝਵਾਨ ਬਣੇ,
ਚੰਗਾ ਵਰਤਾਓ ਕਰਨ ਵਾਲਾ ਹੋਵੇ। ਕਦੇ ਛੋਟੇ ਤੋਂ ਛੋਟਾ ਅਜਿਹਾ ਕੋਈ ਵੀ ਪਾਪ ਕਰਮ ਨਾ ਕਰੇ ਜਿਸ ਦੀ ਗਿਆਨੀ ਲੋਕ ਭੰਡੀ ਕਰਨ। ਉਸ ਦੇ ਮਨ ਵਿੱਚ ਹਮੇਸ਼ਾ ਇਹੀ ਸ਼ੁਭ ਕਾਮਨਾ ਹੋਵੇ, ਸਾਰੇ ਜੀਵ ਪ੍ਰਾਣੀ ਸੁਖੀ ਰਹਿਣ, ਸਾਰਿਆਂ ਦਾ ਭਲਾ ਹੋਵੇ। ਤਕੜੇ ਹੋਣ ਜਾਂ ਕਮਜ਼ੋਰ ਹੋਣ, ਵੱਡੇ ਹੋਣ ਜਾਂ ਛੋਟੇ ਹੋਣ, ਸਾਹਮਣੇ ਹੋਣ ਜਾਂ ਨਾ ਸਾਹਮਣੇ ਹੋਣ, ਪਾਸ ਹੋਣ ਜਾਂ ਦੂਰ ਹੋਣ, ਪੈਦਾ ਹੋ ਚੁੱਕੇ ਹੋਣ ਜਾਂ ਪੈਦਾ ਹੋਣ ਵਾਲੇ ਹੋਣ, ਸਾਰੇ ਜੀਵ ਸੁਖੀ ਅਤੇ ਸ਼ਾਂਤ ਹੋਣ। ਕੋਈ ਵੀ ਇੱਕ ਦੂਸਰੇ ਦਾ ਅਪਮਾਨ ਨਾ ਕਰੇ। ਕ੍ਰੋਧ ਅਤੇ ਈਰਖਾ ਦੇ ਵੱਸ ਪੈ ਕੇ ਕੋਈ ਵੀ ਕਿਸੇ ਦਾ ਨੁਕਸਾਨ ਨਾ ਕਰੇ, ਕਿਸੇ ਦਾ ਬੁਰਾ ਨਾ ਕਰੇ, ਕਿਸੇ ਦਾ ਬੁਰਾ ਨਾ ਚਾਹਵੇ। ਜਿਸ ਤਰ੍ਹਾਂ ਇੱਕ ਮਾਂ ਆਪਣੇ ਇਕਲੌਤੇ ਬੱਚੇ ਨਾਲ ਆਪਣੀ ਜਾਨ ਤੱਕ ਦੇ ਕੇ ਵੀ ਪਿਆਰ ਕਰਦੀ ਹੈ, ਅਜਿਹੀ ਹੀ ਭਾਵਨਾ ਆਪਣੇ ਮਨ ਵਿੱਚ ਸਾਰੇ ਜੀਵ ਪ੍ਰਾਣੀਆਂ ਵਾਸਤੇ ਰੱਖੋ। ਉੱਪਰ ਥੱਲੇ, ਉੱਤਰ ਦੱਖਣ, ਪੂਰਬ ਪੱਛਮ, 6 ਦਿਸ਼ਾਵਾਂ ਪਾਸੇ ਹਮੇਸ਼ਾ ਅਸੀਮ ਮੈਤਰੀ ਭਾਵਨਾ, ਕਰੁਣਾ ਰੱਖੋ, ਜਿਹਦੇ ਵਿੱਚ ਇੱਕ ਕਣ ਵੀ ਨਫ਼ਰਤ ਦਾ ਨਾ ਹੋਵੇ, ਜਿਹਦੇ ਵਿੱਚ ਇੱਕ ਕਣ ਵੀ ਦੁਸ਼ਮਣੀ ਦਾ ਨਾ ਹੋਵੇ। ਖੜੇ ਹੋਏ, ਬੈਠੇ ਹੋਏ, ਚੱਲਦੇ ਹੋਏ, ਲੇਟੇ ਹੋਏ, ਹਮੇਸ਼ਾ ਸਾਰੇ ਜੀਵ ਪ੍ਰਾਣੀਆਂ ਵਾਸਤੇ ਮੈਤਰੀ ਕਰੁਣਾ ਦੀ ਭਾਵਨਾ ਆਪਣੇ ਮਨ ਵਿੱਚ ਬਣਾਈ ਰੱਖੋ। ਇਸ ਨੂੰ ਹੀ ਬ੍ਰਹਮ ਵਿਹਾਰ ਕਹਿੰਦੇ ਹਨ। ਸਾਥੀਓ, ਇਹ ਜੋ ਵਿਚਾਰ ਆਪ ਜੀ ਨਾਲ ਸਾਂਝੇ ਕੀਤੇ ਹਨ, ਇਹ ਪਰਮ ਪੂਜਯ ਬੋਧੀ ਸੱਤਵ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੁਆਰਾ ਲਿਖੇ ਗਏ ਧੰਮ ਗ੍ਰੰਥ ਬੁੱਧ ਅਤੇ ਉਹਨਾਂ ਦਾ ਧੰਮ ਵਿੱਚੋਂ ਲਏ ਗਏ ਹਨ। ਆਓ ਇਸ ਧੰਮ ਗ੍ਰੰਥ ਬੁੱਧ ਅਤੇ ਉਹਨਾਂ ਦੇ ਧੰਮ ਨੂੰ ਪੜ੍ਹੀਏ, ਜਾਣੀਏ, ਸਮਝੀਏ, ਸਮਝ ਕੇ ਬੁੱਧ ਧੰਮ ਅਪਣਾਈਏ, ਧੰਮ ਦੀ ਏਕਤਾ ਬਣਾ ਕੇ, ਧੰਮ ਦੀ ਤਾਕਤ ਬਣਾਈਏ, ਧੰਮ ਦੀ ਤਾਕਤ ਬਣਾ ਕੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਸੁਪਨਿਆਂ ਦਾ ਪ੍ਰਬੁੱਧ ਭਾਰਤ ਬਣਾਈਏ। ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਬਨ ਕੋ ਅੰਨ, ਛੋਟ ਬੜੇ ਸਭ ਸਮ ਬਸੇ, ਰਵਿਦਾਸ ਰਹੇ ਪ੍ਰਸੰਨ, ਬੇਗਮਪੁਰਾ ਰਾਜ ਸਥਾਪਿਤ ਕਰੀਏ। 2021 ਦੀ ਜਨਗਣਨਾ ਦੇ ਫਾਰਮਾਂ ਵਿੱਚ ਆਪਣਾ ਧਰਮ ਬੁੱਧ ਧਰਮ ਲਿਖਾਈਏ ਅਤੇ ਆਪਣੇ ਪਰਿਵਾਰਾਂ, ਰਿਸ਼ਤੇਦਾਰਾਂ, ਦੋਸਤਾਂ, ਮਿੱਤਰਾਂ ਨੂੰ 2021 ਦੀ ਜਨਗਣਨਾ ਦੇ ਫਾਰਮਾਂ ਵਿੱਚ ਧਰਮ ਦੇ ਖਾਨੇ ਵਿੱਚ ਪੱਕੀ ਸਿਆਹੀ ਦੇ ਨਾਲ ਬੁੱਧ ਧਰਮ ਲਿਖਣ ਲਈ ਪ੍ਰੇਰਿਤ ਕਰੀਏ। ਆਪ ਸਭ ਸਤਿਕਾਰਯੋਗ ਸਾਥੀਆਂ, ਭੈਣਾਂ, ਭਰਾਵਾਂ, ਮਾਤਾਵਾਂ, ਬਜ਼ੁਰਗਾਂ ਅਤੇ ਬੱਚਿਆਂ ਨੂੰ ਪਿਆਰ ਅਤੇ ਸਤਿਕਾਰ ਦੇ ਨਾਲ ਨਮੋ ਬੁੱਧਾਏ, ਨਮੋ ਧੰਮਾਏ, ਨਮੋ ਸੰਘਾਏ। ਜੈ ਭੀਮ, ਜੈ ਪ੍ਰਬੁੱਧ ਭਾਰਤ। ਭਵਤੁ ਸਭ ਮੰਗਲੰ।